ਸਤਿਕਾਰਯੋਗ ਖਾਲਸਾ ਪੰਥ ਜੀਓ, ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪਣੀ ਪਾਰਟੀ ਦੇ ਵਿੱਚ ਰਹਿ ਕੇ 98 ਦਿਨਾਂ ਤੋਂ ਚੱਲ ਰਿਹਾ ਸਾਡਾ ਮੋਰਚਾ ਹਕੂਮਤ ਦੇ ਵਿਰੋਧ ਦੇ ਵਿੱਚ ਹੈ। 98 ਦਿਨ ਹੋ ਗਏ ਹੈ ਕਿ ਅਸੀਂ ਰੋਜ਼ ਸਾਡੇ ਪੰਜ ਸਿੰਘ ਬੀਬੀਆਂ ਤੇ ਕਦੇ ਕਦੇ ਜ਼ਿਆਦਾ ਵੀ ਹੋ ਜਾਂਦੇ ਹੈ ਜਿਹੜਾ ਹਕੂਮਤ ਦੇ ਅੱਗੇ ਗ੍ਰਿਫਤਾਰੀਆਂ ਦਿੰਦੇ ਹੈ। ਕਿਉਂ ਕਰਕੇ 2015 ਦੇ ਵਿੱਚ ਸਿੱਖ ਕੌਮ ਦੇ ਉੱਤੇ ਬਹੁਤ ਭਾਰੀ ਜ਼ਬਰ ਹੋਇਆ ਸੀਗਾ। ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਹਨਾਂ ਦੇ ਸਰੀਰ ਨੂੰ ਲਹਿਦਾ ਕਰਕੇ ਜਿਹੜੇ ਸਰਸੇ ਵਾਲੇ ਰਾਮ ਰਹੀਮ ਦੇ ਚੇਲੇ ਹੈ ਉਹਨਾਂ ਨੇ ਗੰਦੀਆਂ ਨਾਲੀਆਂ ਦੇ ਵਿੱਚ ਤੇ ਜਿਹੜੇ ਪਿੰਡਾਂ ਦੇ ਵਿੱਚ ਲੈਟਰੀਨ ਸੀਗੀਆਂ ਉੱਥੇ 3-3 ਫੁੱਟ ਡੂੰਘੇ ਟੋਏ ਕੱਢ ਕੇ ਉਹਨਾਂ ਦੇ ਵਿੱਚ ਦਬਾ ਦਿੱਤੇ ਸੀਗੇ। ਤੇ ਬਾਈਬਲ ਕਲਾਂ ਨਾਲ ਦਾ ਪਿੰਡ ਹੈ ਜਿੱਥੇ ਬਾਦਲ ਨੇ ਸੁਖਬੀਰ ਸਿੰਘ ਹੋਮ ਮਿਨਿਸਟਰ ਸੀਗਾ ਸਮੇਤ ਸੈਣੀ ਤੇ ਸਾਜ਼ਿਸ਼ ਰਾਮ ਰਹੀਮ ਸਰਸੇਵਾਲੀ ਦੀ ਸੀ। 2 ਸਿੰਘ ਉੱਥੇ ਗੋਲੀ ਨਾਲ ਮਰਵਾਤੇ ਸੀਗੇ। ਅੱਗੇ ਸਾਡੇ ਸ਼ਹਿਰ ਦੇ ਵਿੱਚ ਕੋਟਕਪੂਰੇ 'ਚ ਸਿੱਖਾਂ ਨੇ ਅਮਨ ਪਸੰਦ ਤਰੀਕੇ ਦੇ ਨਾਲ ਧਰਨਾ ਲਾਇਆ ਸੀ। ਉੱਥੇ ਵੀ ਸਮੇਤ ਸੈਣੀ ਨੇ ਬਾਦਲ ਤੇ ਸੁਖਬੀਰ ਦੇ ਹੁਕਮ ਦੇ ਉੱਤੇ ਉਸ ਜਥੇਬੰਦੀ ਜਿਹੜੀ ਪ੍ਰੋਟੈਸਟ ਕਰ ਰਹੀ ਸੀ ਲਾਠੀ ਚਾਰਜ ਵੀ ਕਰਵਾਇਆ ਔਰ ਉਹਨਾਂ ਦੇ ਉੱਤੇ ਗੋਲੀਆਂ ਵੀ ਚਲਵਾਈਆਂ। ਸੋ ਅੱਜ ਪੂਰੇ 6 ਸਾਲ ਹੋ ਗਏ ਹੈ ਕਿ ਸਾਨੂੰ ਅਜੇ ਤੱਕ ਜੋ ਸਾਡੇ ਧਰਮ ਦਾ ਅਪਮਾਨ ਹੋਇਆ, ਸਾਨੂੰ ਹਿੰਦੂਤਵਾ ਦੀ ਸਰਕਾਰ ਨੇ ਅਜੇ ਤੱਕ ਕੋਈ ਇਨਸਾਫ ਨਹੀਂ ਦਿੱਤਾ। ਇਸ ਕਰਕੇ ਇਸੇ ਮਹੀਨੇ ਦੀ 14 ਨੂੰ ਅਸੀਂ ਨਾਲ ਦੇ ਪਿੰਡ ਬਾਈਬਲ ਕਲਾਂ ਵਿਖੇ ਇੱਕ ਇਕੱਠ ਕਰਾਂਗੇ ਜਿਹਦੇ ਵਿੱਚ ਪੂਰੇ 6 ਸਾਲ ਹੋ ਜਾਣਗੇ ਇਹ ਦੁਰਘਟਨਾ ਵਾਪਰੀ ਨੂੰ। ਤੇ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਕਿ ਉੱਥੇ ਤੁਸੀਂ ਲਾਜ਼ਮੀ ਪਹੁੰਚਣਾ। ਇਹ ਤਾਂ ਸਾਰਾ ਬਰਗਾੜੀ ਦਾ ਜਿਹੜਾ ਅਪਮਾਨ ਹੋਇਆ, ਬੇਇੱਜ਼ਤੀ ਹੋਈ ਹੈ, ਸ਼ਹੀਦੀਆਂ ਹੋਈਆਂ, ਉਹਨਾਂ ਦੇ ਬਾਰੇ ਇਹ ਗੱਲ ਹੈ। ਪਰ ਦੂਸਰੇ ਪਾਸੇ ਹੁਣ ਸਾਨੂੰ ਰੋਜ਼ ਖਬਰਾਂ ਤੋਂ ਪਤਾ ਲੱਗਦਾ ਹੈ ਕਿ ਸ਼੍ਰੀਨਗਰ ਦੇ ਵਿੱਚ ਇੱਕ ਕੱਟੜ ਇਸਲਾਮਿਕ ਜਥੇਬੰਦੀ ਨੇ ਸਾਡੀ ਇੱਕ ਬੀਬੀ ਸੁਪਿੰਦਰ ਕੌਰ ਜੀ ਨੂੰ ਦੂਜਿਆਂ ਤੋਂ ਅਲੱਗ ਕਰਕੇ ਉਹਦੀ ਸ਼ਨਾਖਤ ਕਰਕੇ ਕਿ ਇਹ ਸਿੱਖਾਂ ਦੀ ਬੀਬੀ ਹੈ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ। 4-5 ਦਿਨ ਤੋਂ ਜ਼ਿਆਦਾ ਹੋ ਗਿਆ ਹੈ ਕਿ ਪਸ਼ਾਵਰ ਦੇ ਵਿੱਚ ਇੱਕ ਸਿੱਖ ਹਕੀਮ ਸੀ, ਉਸ ਨੂੰ ਵੀ ISIS ਜਿਹੜੀ ਇੱਕ ਇਸਲਾਮਿਕ ਜਥੇਬੰਦੀ ਹੈ ਉਸ ਨੇ ਜਾਨੋਂ ਮਾਰਤਾ। ਔਰ ਫਿਰ ਆਪਾਂ ਭੁੱਲ ਨਹੀਂ ਸਕਦੇ ਕਿ ਲਖੀਮਪੁਰ ਖੇੜੀ ਦੇ ਵਿੱਚ UP ਦੇ ਵਿੱਚ 4 ਸਿੰਘਾਂ ਨੂੰ ਸੈਂਟਰ ਦੇ ਹੋਮ ਮਿਨਿਸਟਰ ਮਿਸ਼ਰਾ ਦੇ ਪੁੱਤ ਜੋ ਆਪਣੇ ਬਾਪ ਸੈਂਟਰ ਦੇ ਵਜ਼ੀਰ ਮਿਸ਼ਰੇ ਦੀ ਗੱਡੀ ਚਲਾ ਰਿਹਾ ਸੀ, 4 ਸਿੱਖ ਨੌਜਵਾਨਾਂ ਨੂੰ ਲਤਾੜ ਕੇ ਜਾਨੋਂ ਮਾਰਤਾ ਤੇ ਅਨੇਕਾਂ ਫੱਟੜ ਕਰਤੇ। ਇਹ ਸਾਰੇ ਜ਼ੁਲਮ ਇਹਨਾਂ ਦਿਨਾਂ ਦੇ ਵਿੱਚ ਹੋ ਰਹੇ ਹੈ। ਤੇ ਤੁਹਾਨੂੰ ਯਾਦ ਹੋਊਗਾ ਕਿ 2020 ਦੇ ਵਿੱਚ ਕਾਬਲ ਦੇ ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਵਿੱਚ
25 ਸਿੱਖ ISIS ਉੱਥੇ ਉਹਨਾਂ ਨੂੰ ਸ਼ਹੀਦ ਕਰਤਾ। ਪਰ ਸੰਨ 2000 ਦੇ ਵਿੱਚ ਯਾਦ ਰੱਖਿਓ, ਕਸ਼ਮੀਰ ਦੇ ਚਿੱਠੀ ਸਿੰਘਪੁਰੇ ਦੇ ਵਿੱਚ ਇੰਡੀਆ ਦੀ ਫੌਜ ਨੇ 43 ਸਿੱਖ ਬੇਗਨਾ ਸ਼ਹੀਦ ਕਰਤੇ ਸੀਗੇ, ਜਿਹਦਾ ਅਜੇ ਤੱਕ ਕੋਈ ਤਫਤੀਸ਼ ਨਹੀਂ ਹੋ ਰਹੀ, ਜਦ ਕਿ ਅਸੀਂ ਐਫੀਡੇਵਿਟ ਪ੍ਰੈਜ਼ੀਡੈਂਟ ਨੂੰ ਵੀ ਦਿੱਤਾ ਹੈ, ਗਵਰਨਰ ਨੂੰ ਵੀ ਦਿੱਤਾ ਹੈ, ਹਕੂਮਤਾਂ ਨੂੰ ਵੀ ਦਿੱਤਾ ਹੈਗਾ। ਇਹ ਸਾਰੀਆਂ ਚੀਜ਼ਾਂ ਦੇ ਨਾਲ ਬਹੁਤ ਭਾਰੀ ਸਾਡੇ ਸਿੱਖ ਜੋ ਸਟੇਟਲੈਸ ਹੈ, ਜਿਨ੍ਹਾਂ ਦੀ ਕੋਈ ਸਟੇਟ ਨਹੀਂ ਹੈ, ਮੁਲਕ ਨਹੀਂ ਹੈ, ਨਾ ਸਾਡੀ ਆਪਣੀ ਗਵਰਨਮੈਂਟ ਹੈ, ਅਸੀਂ ਕਿਹਦੇ ਕੋਲੇ ਆਪਣੀ ਗੱਲ ਕਰੀਏ? ਜਿੰਨਾ ਚਿਰ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨਾਲ ਗੱਲ ਨਹੀਂ ਕਰਦੇ ਕਿ ਸਾਡੇ ਜਿਹੜੇ ਜਮਹੂਰੀਅਤ ਹੱਕ ਹੈ ਇਹ ਹਿੰਦੂਤਵਾ ਐਕਸਟ੍ਰੀਮਿਸਟ ਰੈਡੀਕਲਾਈਜ਼ਡ BJP RSS ਸਰਕਾਰ ਨੇ ਛਿਨ ਲਏ ਹੈ। ਪਿਛਲੇ 10 ਸਾਲਾਂ ਦੇ ਵਿੱਚ ਸਾਡੀ ਜਿਹੜੀ ਪਾਰਲੀਮੈਂਟ ਹੈ ਸਿੱਖਾਂ ਦੀ ਨਰੋਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਇਲੈਕਸ਼ਨ ਨਹੀਂ ਹੋਏ ਅਤੇ ਬਾਦਲ ਦੇ ਜਿੰਨੇ ਵੀ ਪੁਰਾਣੇ 10 ਸਾਲ ਪਹਿਲਾਂ ਚੁਣੇ ਹੋਏ ਮੈਂਬਰ ਸੀਗੇ, ਉਹਨਾਂ ਨੇ ਮਹੰਤਾਂ ਵਰਗਣ ਜੋ ਮਰਜ਼ੀ ਹੈ ਉਹ ਕਰੀ ਜਾਂਦੇ ਹੈ। ਤੁਸੀਂ ਜਮਹੂਰੀਅਤ ਪਸੰਦ ਮੁਲਕਾਂ ਦੇ ਵਿੱਚ ਰਹਿੰਦੇ ਹੋ, ਤੁਹਾਨੂੰ ਪਤਾ ਹੈ ਕਿ ਜੇ ਪਾਰਲੀਮੈਂਟ ਦੀ ਮਿਆਦ ਖਤਮ ਹੋ ਜਾਏ ਤਾਂ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਨਾ ਤਾਂ ਕੋਈ ਮਿਨਿਸਟਰ ਬਣਾ ਸਕਦਾ ਹੈ, ਨਾ ਕੋਈ ਸੈਕਟਰੀ ਰੱਖ ਸਕਦਾ ਹੈ। ਪਰ ਇੱਥੇ SGPC ਜਿਹੜੀ ਇੱਕ ਲੇਮ ਡਕ ਪਾਰਲੀਮੈਂਟ ਬਣ ਗਈ ਹੈ, ਉਹ ਜਥੇਦਾਰ ਵੀ ਬਣਾਈ ਜਾਂਦੀ ਹੈ ਔਰ ਰਿਕਰੂਟਮੈਂਟ ਵੀ ਕਰੀ ਜਾਂਦੀ ਹੈ ਅਤੇ ਪੈਸਾ ਵੀ ਬੇਹੱਦ ਖਰਚੀ ਜਾ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਸਿੱਖ ਕੌਮ ਦੇ ਧਿਆਨ ਦੇ ਵਿੱਚ ਮੈਂ ਸਮਝਿਆ ਕਿ ਜ਼ਰੂਰੀ ਹੈ ਕਿ ਮੈਂ ਅੱਜ ਲੈ ਕੇ ਆਵਾਂ। ਸੰਨ 2000 ਦੇ ਵਿੱਚ ਅਮਰੀਕਾ ਦੇ ਪ੍ਰੈਜ਼ੀਡੈਂਟ ਬਿਲ ਕਲਿੰਟਨ ਦਾ ਦੌਰਾ ਸੀ ਇੰਡੀਆ ਦਾ, ਅਤੇ ਉਹਨਾਂ ਦੀ ਜਿਹੜੀ ਸੈਕਟਰੀ ਆਫ ਸਟੇਟ ਸੀ ਮੈਡਲਿਨ ਆਲਬਰਾਈਟ, ਉਸ ਨੇ ਆਪਣੇ ਮੈਮੋਆਰਸ, ਆਪਣੀ ਕਿਤਾਬ 'ਚ ਲਿਖਿਆ ਹੈ ਕਿ 43 ਬੇਗਨਾ ਸਿੱਖ ਫੌਜ ਨੇ ਮਾਰਤੇ ਸੀਗੇ, ਇੰਡੀਅਨ ਨੇ, ਪਰ ਅਜੇ ਤੱਕ ਕੋਈ ਇਨਸਾਫ ਨਹੀਂ। ਬਲੂ ਸਟਾਰ 1984 'ਚ ਹੋਇਆ, ਸੈਂਕੜੇ ਸਿੱਖ ਉਦੋਂ ਸ਼ਹੀਦ ਕਰਤੇ। ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਉਹ ਲੁੱਟ ਕੇ ਲੈ ਗਏ, ਜਿਹਨੂੰ ਕਾਨੂੰਨੀ ਤੌਰ 'ਤੇ ਆਪਣਾ ਕਹਿੰਦੇ ਹੈ ਮੈਮੋਰਾਸਾਈਡ ਕੀਤੀ ਹੈ। ਅਤੇ ਸਾਡੀ ਸਿੱਖ ਲੀਡਰਸ਼ਿਪ ਜਿਹੜੀ ਨਵੀਂ ਉੱਭਰੀ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ, ਉਹ ਸਾਰੀ ਸ਼ਹੀਦ ਕਰਤੀ, ਮਾਰਤੀ। ਇਹ ਇੰਡੀਅਨ ਗਵਰਨਮੈਂਟ ਨੇ, ਉਸ ਵੇਲੇ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀਗੇ। ਜਿੱਥੋਂ ਤੱਕ ਅੱਜ ਸਿੱਖਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੈ, 2 ਦਿਨ ਹੋਏ ਹੈ, ਹਰਿਆਣੇ ਕੁਰੂਕਸ਼ੇਤਰ ਦਾ ਮੈਂਬਰ ਪਾਰਲੀਮੈਂਟ ਸੈਣੀ ਸਾਹਿਬ, ਉਹਨਾਂ ਨੇ ਜ਼ਿਲ੍ਹਾ ਅੰਬਾਲਾ ਦੇ ਇੱਕ ਕਸਬੇ ਨਾਰਾਇਣਗੜ੍ਹ ਦੇ ਵਿੱਚ ਇੱਕ ਕਿਸਾਨ ਨੂੰ ਆਪਣੀ ਗੱਡੀ ਥੱਲੇ ਲਤਾੜਤਾ। ਹੁਣ ਜਦੋਂ ਇਸਲਾਮਿਕ ਕੱਟੜਵਾਦ ਜਥੇਬੰਦੀਆਂ ਅਤੇ ਹਿੰਦੂ ਕੱਟੜਵਾਦ ਜਥੇਬੰਦੀਆਂ ਇਕੱਠੀਆਂ ਹੋ ਜਾਣ ਅਤੇ ਸਿੱਖ ਜਿਹੜੇ ਵਿਚਾਲੇ ਹੈਗੇ ਹੈ, ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਅਸੀਂ ਹਿੰਦੂ ਹੈ ਨਾ ਮੁਸਲਮਾਨ ਹੈ, ਅਤੇ ਅਸੀਂ ਇਹਨਾਂ ਦੋਨਾਂ ਦੇ ਵਿੱਚ ਜਿਹੜੇ ਹੈਗੇ ਹੈ, ਜਿਵੇਂ ਇੱਕ ਗੰਨਾ ਪੀੜਦਿਆਂ ਹੋਇਆ ਇਹ ਪੀੜਿਆ ਜਾਂਦਾ ਹੈ, ਉਸ ਤਰ੍ਹਾਂ ਘਲਾੜੀ ਦੇ ਵਿੱਚ ਅਸੀਂ ਆ ਕੇ ਪੀੜੇ ਜਾ ਰਹੇ ਹਾਂ। ਔਰ ਮੇਰਾ ਕਹਿਣ ਦਾ ਭਾਵ ਹੈ ਕਿ ਸਿੱਖ ਕੌਮ ਅਜੇ ਤੱਕ ਚੁੱਪ-ਚਾਪ ਬੈਠੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਬੰਦੂਕਾਂ ਚੱਕ ਲਓ, ਉਹ ਆਪਾਂ ਨਹੀਂ ਚੱਕ ਸਕਦੇ। ਦੂਸਰੀ ਗੱਲ ਹੈ ਕਿ ਜੇ ਸਾਡੇ ਉੱਤੇ ਜ਼ੁਲਮ ਹੋ ਰਿਹਾ ਹੈ
ਜਿਨ੍ਹਾਂ ਨੂੰ ਸਿੱਖ ਕੌਮ ਵੋਟਾਂ ਪਾਉਂਦੀ ਹੈ, ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਬੀਜੇਪੀ, RSS, ਬਾਦਲ ਦਲੀਏ, ਉਹਨਾਂ ਨੂੰ ਤਾਂ ਆਪਾਂ ਵੋਟਾਂ ਪਾ ਦਿੰਦੇ ਹਾਂ। ਫਿਰ ਕਸੂਰਵਾਰ ਕੌਣ ਹੈ ਕਿ ਜ਼ੁਲਮ ਦੇ ਖਿਲਾਫ ਕੋਈ ਪਾਰਟੀ ਅੱਜ ਖੜਨ ਦੇ ਲਈ ਨਹੀਂ ਤਿਆਰ। ਅੰਗਰੇਜ਼ੀ ਦੀ ਕਹਾਵਤ ਹੈ, ਦ ਗਵਰਨਮੈਂਟ ਦ ਪੀਪਲ ਚੂਜ਼, they are responsible for the creation of that government. So ਜੇ ਇਹੋ ਜਿਹਾ ਵਿਹਾਰ ਸਾਡੇ ਨਾਲ ਹੋ ਰਿਹਾ ਸਾਰੇ ਪਾਸੇ, ਤੁਸੀਂ ਸਾਰੀ ਸਿੱਖ ਕੌਮ ਅੱਜ ਕਿਵੇਂ ਬੈਠ ਕੇ ਚੁੱਪਚਾਪ ਇਹ ਸਾਰਾ ਕੁਝ ਦੇਖ ਰਹੇ ਹੋ? ਅਸੀਂ 98 ਦਿਨਾਂ ਤੋਂ ਇੱਥੇ ਬਰਗਾੜੀ ਬੈਠੇ ਹਾਂ। ਸਾਨੂੰ ਜਾਣਾ ਚਾਹੀਦਾ ਸ੍ਰੀਨਗਰ, ਜਿੱਥੇ ਇੱਕ ਬੀਬੀ ਪ੍ਰੋਫੈਸਰ ਨੂੰ ਕੱਟੜਵਾਦੀ ਇਸਲਾਮਿਕ IS ਨੇ ਕਤਲ ਕਰਤਾ ਹੈ, ਸ਼ਹੀਦ ਕਰਤਾ ਹੈ। ਲਖੀਮਪੁਰ ਖੇੜੀ ਜਾਣਾ ਚਾਹੀਦਾ ਹੈ, ਨਾਰਾਇਣਗੜ੍ਹ ਜਾਣਾ ਚਾਹੀਦਾ ਹੈ। ਗੋਲੀ ਕਿਸਾਨਾਂ ਦੇ ਉੱਤੇ ਕਰਨਾਲ ਦੇ ਵਿੱਚ ਵੀ ਹਰਿਆਣੇ ਦੀ ਖੱਟੜ ਸਰਕਾਰ ਨੇ ਚਲਾਈ ਹੈ, ਜਾਣਾ ਚਾਹੀਦਾ। ਪਰ ਜਦੋਂ ਅਸੀਂ ਮੋਰਚੇ 'ਚ ਬੈਠੇ ਹਾਂ, ਤੁਸੀਂ ਸਮਝ ਸਕਦੇ ਹੋ ਕਿ ਅਸੀਂ ਨਾ ਸ੍ਰੀਨਗਰ ਜਾ ਸਕਦੇ ਹਾਂ, ਨਾ ਨਾਰਾਇਣਗੜ੍ਹ ਜਾ ਸਕਦੇ ਹਾਂ, ਨਾ ਲਖੀਮਪੁਰ ਖੇੜੀ ਜਾ ਸਕਦੇ ਹਾਂ। ਅਤੇ ਹੁਣ ਸ਼ਿਲੌਂਗ ਦੇ ਵਿੱਚ ਅਸੀਂ ਕਿਵੇਂ ਜਾਈਏ, ਜਿਹੜਾ ਮੇਰਾ ਖਿਆਲ 250 ਕਿਲੋਮੀਟਰ ਇੱਥੋਂ ਦੂਰ ਹੈ, ਜਿੱਥੇ ਬਰਤਾਨੀਆ ਨੇ, ਉਹਨਾਂ ਦੀ ਸਰਕਾਰ ਨੇ ਕੋਈ 150 ਸਾਲ ਪਹਿਲਾਂ ਸਿੱਖ ਸ਼ਿਲੌਂਗ ਦੇ ਵਿੱਚ ਵਸਾਏ ਸੀਗੇ। ਹੁਣ ਅੱਜ ਦੀ ਮੇਘਾਲਿਆ ਦੀ ਸਰਕਾਰ, ਜਿਹਦਾ ਕੈਪੀਟਲ ਸ਼ਿਲੌਂਗ ਹੈ, ਉਹ ਸਾਰੀ ਸਿੱਖਾਂ ਦੀ ਬਸਤੀ ਨੂੰ ਕਹਿੰਦੀ ਹੈ ਕਿ ਤੁਸੀਂ ਇੱਥੋਂ ਨਿਕਲੋ ਅਤੇ ਅਸੀਂ ਇੱਥੇ ਨਵੇਂ ਘਰ ਬਣਾਉਣੇ ਹੈ, ਜਿਹਦਾ ਮਤਲਬ ਹੈ ਕਿ ਸਾਡੀ ਹੁਣ ਨਸਲੀ ਸਫਾਈ ਤੁਹਾਡੇ ਸਾਹਮਣੇ ਹੋ ਰਹੀ ਹੈ। ਪਰ ਕਿਉਂ ਕਰਕੇ ਸਾਡੀ ਸਰਕਾਰ ਨਹੀਂ ਹੈ, ਇਸ ਕਰਕੇ ਅਸੀਂ ਕੁਛ ਕਰ ਨਹੀਂ ਸਕਦੇ। ਸ਼ਾਹ ਮੁਹੰਮਦ ਕਹਿੰਦੇ ਹੈ, ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਹਾਰੀਆਂ ਨੇ। ਸੋ ਜੇ ਆਪਾਂ ਇਸੇ ਤਰ੍ਹਾਂ ਹੀ ਵੋਟ ਪਾਉਂਦੇ ਰਹੇ, ਆਪਣੀ ਜ਼ਿੰਮੇਵਾਰੀ ਸਮਝੀ ਨਾ, ਅਤੇ ਇਸ ਤਰ੍ਹਾਂ ਸਿੱਖਾਂ ਨੂੰ ਮਾਰਿਆ ਗਿਆ। ਹਿੰਦੂ ਕੱਟੜਵਾਦੀਆਂ ਨੇ ਅਤੇ ਇਸਲਾਮਿਕ ਕੱਟੜਵਾਦੀਆਂ ਨੇ, ਤਾਂ ਮੈਂ ਸਮਝਦਾ ਕਿ ਤੁਹਾਡੀ ਵੀ ਡਿਊਟੀ ਬਣਦੀ ਹੈ, ਜਿੱਥੇ ਜਿੱਥੇ ਤੁਸੀਂ ਬੈਠੇ ਹੋ, ਕਿ ਆਪਣੇ ਮੈਂਬਰਸ ਆਫ ਪਾਰਲੀਮੈਂਟ ਨਾਲ ਗੱਲ ਕਰੋ, ਸੈਨੇਟਰਸ ਨਾਲ ਗੱਲ ਕਰੋ, ਅਤੇ ਕਾਂਗਰਸਮੈਨ ਦੇ ਨਾਲ ਕਰੋ ਕਿ ਇਹੋ ਜਿਹੀ ਸਥਿਤੀ ਇੱਥੇ ਹੈਗੀ ਹੈ। ਜਿੰਨਾ ਚਿਰ ਸਿੱਖਾਂ ਨੂੰ ਅਲੱਗ ਨਹੀਂ ਕੀਤਾ ਜਾਂਦਾ, ਕਿਉਂ ਕਰਕੇ ਉਹ ਨੈਸ਼ਨੈਲਿਟੀ, ਕੌਮੀਅਤ ਉਹਨਾਂ ਦੀ ਸਾਰਿਆਂ ਤੋਂ ਵੱਖਰੀ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਇੱਕ ਬਫਰ ਸਟੇਟ ਬਣ ਜੇ ਇਸਲਾਮਿਕ ਪਾਕਿਸਤਾਨ, ਜਿਹਦੇ ਕੋਲ ਪਰਮਾਣੂ ਹਥਿਆਰ ਹੈ, ਹਿੰਦੂ ਇੰਡੀਆ, ਜਿਹਦੇ ਕੋਲ ਪਰਮਾਣੂ ਹਥਿਆਰ ਹੈ, ਕੋਮਰੇਡ ਚਾਈਨਾ, ਜਿਹਦੇ ਕੋਲ ਨਿਊਕਲੀਅਰ ਪਰਮਾਣੂ ਹਥਿਆਰ ਹੈ। ਇਹ ਤਿੰਨੇ ਇੱਕ ਦੂਜੇ ਦੇ ਇੱਟ ਕੁੱਤੇ ਦੇ ਬੈਰੀ ਹੈ, ਅਤੇ ਜੇ ਇਹਨਾਂ ਦੇ ਵਿੱਚ ਪਰਮਾਣੂ ਜੰਗ ਛਿੜ ਪਿਆ, ਅਤੇ ਅਸੀਂ ਸਿੱਖ ਕੌਮ ਅਤੇ ਪੰਜਾਬੀ ਲੋਕ ਤਾਂ ਬਿਲਕੁਲ ਸਾਡਾ ਭੱਠਾ ਬੈਠ ਜੂਗਾ। ਤੁਹਾਨੂੰ ਕੋਈ ਸਾਡਾ ਬੱਚਾ ਵੀ ਨਹੀਂ ਦਿਖਣਾ ਜੇ ਇਸ ਨੂੰ ਬੈਟਲਫੀਲਡ ਜਾਂ ਮੈਦਾਨ ਜੰਗ, ਪਰਮਾਣੂ ਹਥਿਆਰਾਂ ਦੇ ਜੰਗ ਦੇ ਵਿੱਚ ਅਸੀਂ ਬਣ ਗਏ। ਸੋ ਮੈਂ ਨਿਮਰਤਾ ਸਹਿਤ ਬਹੁਤ ਚਿਰ ਬਾਅਦ ਤੁਹਾਡੇ ਨਾਲ ਗੱਲਬਾਤ ਕਰ ਰਹੇ, ਬੇਨਤੀ ਕਰਦਾ ਕਿ ਤੁਸੀਂ ਪੜ੍ਹੇ ਲਿਖੇ ਹੋ, ਬਾਹਰ ਦੇ ਮੁਲਕਾਂ 'ਚ ਰਹਿੰਦੇ ਹੋ, ਤੁਹਾਡੇ ਕੋਲ ਪਾਵਰ ਹੈ, ਅਤੇ ਤੁਸੀਂ ਪੂਰੀਆਂ ਪਟੀਸ਼ਨਾਂ ਸ਼ੁਰੂ ਕਰੋ ਕਿ ਸਿੱਖ ਹੋਮਲੈਂਡ ਅਲੱਗਾ ਬਣਨੀ ਚਾਹੀਦੀ ਹੈ। ਅਤੇ ਅਸੀਂ ਇਹ ਜਿਹੜਾ ਜਬਰ ਹੈ ਹਿੰਦੂਤਵਾ ਦਾ ਅਤੇ ਇਸਲਾਮਿਕ ਦਾ, ਇਹ ਅਸੀਂ ਸਹਿਣ ਨਹੀਂ ਕਰਨਾ। ਅਤੇ ਸਾਡੇ ਲਈ ਇੱਕ ਅਲੱਗਾ ਸੋਵਰਨ ਇੰਡੀਪੈਂਡੈਂਟ ਬਫਰ ਸਟੇਟ, ਜਿੱਥੇ ਸਿੱਖਾਂ ਦੀਆਂ ਆਬਾਦੀਆਂ ਹੈਗੀਆਂ ਪੰਜਾਬੀਆਂ ਦੀਆਂ, ਉਹਦੇ ਵਿੱਚ ਬਣਾਇਆ ਜਾਏ, ਜਿਹਦੇ ਨਾਲ ਸਾਊਥ ਏਸ਼ੀਆ ਦੇ ਵਿੱਚ ਸਦਾ ਦੇ ਲਈ ਅਮਨ ਰਹੇ ਅਤੇ ਸਿੱਖ ਕੌਮ ਨਸਲਕੁਸ਼ੀ ਤੋਂ ਬਚ ਸਕੇ। ਬਹੁਤ ਬਹੁਤ ਤੁਹਾਡੀ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।